अस्सलाम वालेकुम, मेरा नाम अब्दुल करीम गेल ते तुसी सब ठीक ठाक होवोगे। कौमां ਦੀਆਂ ਅਣਖਾਂ ਜਾਂ ਕੌਮਾਂ ਦੇ ਅੰਦਰ ਗੈਰਤ ਉਹਨਾਂ ਦੀ ਮਿਸਾਲਾਂ ਤੋਂ ਪਤਾ ਚੱਲਦਾ। ਨਵਾਬ ਆਫ ਬਹਾਵਲਪੁਰ ਜਿਹੜੇ ਕਿਸੇ ਤਾਰਫ ਤੇ ਮੁਹਤਾਜ ਨੇ ਔਰ ਉਹਨਾਂ ਦੀ ਅਣਖ ਔਰ ਉਹਨਾਂ ਦੀ ਗੈਰਤ ਦੇ ਸਵਾਲ ਤੇ ਅਗਰ ਗੱਲ ਆਵੇ ਤੇ ਉਹਨਾਂ ਨੇ ਦੁਨੀਆ ਦੀ ਟੌਪ ਲਗਜ਼ਰੀਅਸ ਕਾਰਾਂ ਦੀ ਜਿਹੜੀ ਕੰਪਨੀ ਆ ਉਹਨੂੰ ਗੁੱਟਨੇ ਟੇਕਣ ਤੇ ਲਾਤਾ, ਜਿਹਦਾ ਨਾਮ ਹੈਗਾ ਰੋਲਜ਼ ਰਾਇਸ ਕਾਰਾਂ ਦੀ ਬਾਰੇ ਇਹ ਕਿਹਾ ਜਾਂਦਾ ਕਿ ਉਹਨਾਂ ਜਿੰਨੀ ਕੰਫਰਟੇਬਲ ਕਾਰ ਦੁਨੀਆ ਤੇ ਨਹੀਂ ਬਣੀ। ਨਵਾਬ ਸਾਹਿਬ ਇੱਕ ਰੂਟੀਨ ਦੇ ਮੁਤਾਬਕ ਲੰਡਨ ਦੀਆਂ ਗਲੀਆਂ 'ਚ ਘੁੰਮਦੇ ਇੱਕ ਆਮ ਲਿਬਾਸ ਦੇ ਵਿੱਚ ਰੋਲਜ਼ ਰਾਇਸ ਦੇ ਸ਼ੋਰੂਮ 'ਚ ਜਾ ਵੜੇ। ਰੋਲਜ਼ ਰਾਇਸ ਤੇ ਅਮਲੇ ਨਹੀਂ ਸਮਝਿਆ, ਉਹ ਆਮ ਮਾਤੜ ਬੰਦਾ ਆ ਹੋਇਆ ਜਿਹੜਾ ਗੱਡੀਆਂ ਦੀ ਡਿਟੇਲ ਪੁੱਛਣ ਲੱਗ ਪਿਆ। ਉਹਨਾਂ ਨੇ ਉਹਨੂੰ ਕੋਈ ਤਰੀਕੇ ਦੇ ਨਾਲ ਇੰਟਰਟੇਨ ਨਹੀਂ ਕੀਤਾ, ਜਿਹੜਾ ਇੱਕ ਨਵਾਬੀ ਸਟਾਈਲ ਸੀ। ਲੇਕਿਨ ਨਵਾਬ ਸਾਹਿਬ ਨੇ ਇਸ ਚੀਜ਼ ਦਾ ਬੜਾ ਗੁੱਸਾ ਕੀਤਾ। ਵਾਪਸ ਆਏ, ਗੱਡੀਆਂ ਬੁੱਕ ਕੀਤੀਆਂ ਔਰ ਉਹ ਬਹਾਵਲਪੁਰ ਰਿਆਸਤ 'ਚ ਕਰ ਦਿੱਤੀਆਂ। ਔਰ ਕਿਹਾ ਜਾਂਦਾ ਤਾਰੀਖ ਦੇ ਵਿੱਚ ਡਿਫਰੈਂਟ ਅਖਬਾਰਾਂ ਦੇ ਪਰਚਿਆਂ ਦੇ ਵਿੱਚ ਲਿਖਿਆ ਜਾ ਰਿਹਾ ਕਿ ਨਵਾਬ ਬਹਾਵਲਪੁਰ ਨੇ ਮਿਊਨਿਸਪਲ ਯਾਨੀ ਕੂੜਾ ਕਰਕਟ ਇਕੱਠਾ ਕਰਨ ਵਾਲੀ ਜਿਹੜਾ ਅਦਾਰਾ ਸੀ ਰਿਆਸਤ ਦਾ, ਉਹਨੂੰ ਗੱਡੀਆਂ ਦਿੱਤੀਆਂ, ਕਿਹਾ ਕਿ ਅੱਜ ਤੋਂ ਬਾਅਦ ਇਹਨਾਂ ਦੇ ਵਿੱਚ ਇਹੀ ਕੰਮ ਹੋਵੇ, ਕੂੜਾ ਚੂੜਾ ਚੱਕਣ ਦਾ। ਜਦੋਂ ਉਹ ਗੱਡੀਆਂ ਦੀ ਰਿਪਿਊਟ ਦੁਨੀਆ 'ਤੇ ਪਬਲਿਸ਼ ਹੋਈ ਕਿ ਕੋਈ ਕਹਿੰਦੇ ਸੀ ਕਿ ਯਾਰ ਰੋਲਜ਼ ਰਾਇਸ ਲੱਲਾ ਬੜੀ ਕੰਫਰਟੇਬਲ ਆ, ਤੇ ਬੰਦਾ ਉਹਨੂੰ ਪੁੱਛਦਾ ਸੀ ਕਿ ਉਹ ਕਾਰ ਕਿ ਜਿਹੜਾ ਨਵਾਬ ਆਫ ਬਹਾਵਲਪੁਰ ਨੇ ਕੂੜਾ ਚੱਕਣ ਲਈ ਰੱਖੀ ਹੈ, ਤੁਸੀਂ ਕੀ ਸਮਝਦੇ ਹੋ ਮੇਰਾ ਸਟੇਟਸ ਆ? ਉਹ ਤਾਂ ਕੂੜਾ ਚੱਕਣ ਵਾਲਾ ਟਰੱਕ ਆ। ਕੰਪਨੀ ਦੇ ਸ਼ੇਅਰ ਪੂਰੀ ਦੁਨੀਆ 'ਤੇ ਡਿੱਗੇ ਔਰ ਕੰਪਨੀ ਦੇ ਮਾਲਕਾਨ ਜਿਹੜੇ ਬੋਰਡ ਆਫ ਡਾਇਰੈਕਟਰ ਦੇ ਮੈਂਬਰਸ ਆ ਉਹ ਇਸ ਨਹਿਜ 'ਤੇ ਪਹੁੰਚ ਗਏ ਕਿ ਨਵਾਬ ਆਫ ਬਹਾਵਲਪੁਰ ਕੋ ਉਹਨਾਂ ਨੇ ਮਾਫੀ ਮੰਗੀ। ਔਰ ਕਿਹਾ ਜਾਂਦਾ ਕਿ ਉਹਨਾਂ ਨੇ ਮਾਫੀ ਮੰਗਣ ਤੋਂ ਬਾਅਦ 3 ਗੱਡੀਆਂ ਗਿਫਟ ਕੀਤੀਆਂ। ਉਹਨਾਂ 'ਚ ਇੱਕ ਗੱਡੀ ਨਵਾਬ ਆਫ ਬਹਾਵਲਪੁਰ ਨੇ ਖੁਦ ਆਪਣੇ ਕੋਲ ਰੱਖੀ, ਦੂਸਰੀ ਗੱਡੀ ਕਿੰਗ ਸਾਊਦ ਸ਼ਾਹ ਫੈਸਲ ਉਹਨਾਂ ਦੇ ਜਿਹੜੇ ਵੱਡੇ ਵਡਕਾ ਸੀ ਸਊਦੀ, ਉਹਨੂੰ ਗਿਫਟ ਕੀਤੀ। ਔਰ ਸਊਦੀ ਅਰਬ ਦੀ ਤਾਰੀਖ ਦੇ ਵਿੱਚ ਪਹਿਲੀ ਰੋਲਜ਼ ਰਾਇਸ ਕਾਰ ਉਹ ਸੀ। ਔਰ ਤੀਸਰੀ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਗਿਫਟ ਕੀਤੀ। ਇਹਦੇ ਤੋਂ ਇਹ ਸਾਬਤ ਹੁੰਦਾ ਕਿ ਜੇ ਤੁਹਾਡੇ ਅੰਦਰ ਗੈਰਤ ਹੋਵੇ, ਅਣਖ ਹੋਵੇ, ਤੇ ਤੁਸੀਂ ਬੜੇ ਲੋਕਾਂ ਦੇ ਘੁਟਨੇ ਟਿਕਾ ਸਕਦੇ ਹੋ। ਲੇਕਿਨ ਉਹਦੇ ਵਾਸਤੇ ਤੁਹਾਨੂੰ ਸਟੈਂਡ ਲੈਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ, ਹਿੰਮਤ ਕਰਨੀ ਚਾਹੀਦੀ ਹੈ, ਨਾ ਕਿ ਪੈਸੇ ਦੇ ਕੇ ਵੇਚੋ ਜਾਂ ਕਿਸੇ ਦੇ ਅੱਗੇ ਵੇਚੋ। ਆਪਣੀ ਸੈਲਫ ਰਿਸਪੈਕਟ 'ਤੇ ਕਦੀ ਕੰਪਰੋਮਾਈਜ਼ ਨਾ ਕਰੋ। ਅਗਰ ਤੁਹਾਡਾ ਕੋਈ ਭੈਣ ਭਰਾ, ਤੁਹਾਡਾ ਕੋਈ ਅਜ਼ੀਜ਼ ਚਾਹੁਣ ਵਾਲਾ, ਜਿੱਡਾ ਵੀ ਚਾਹੁਣ ਵਾਲਾ ਤੁਹਾਡੀ ਸੈਲਫ ਰਿਸਪੈਕਟ ਨਹੀਂ ਕਰਦਾ, ਤੁਹਾਡੀ ਸੈਲਫ ਰਿਸਪੈਕਟ ਮਜਰੂ ਕਰਦਾ ਜਾਂ ਤੁਹਾਨੂੰ ਡਿਸਰਟ ਕਰਦਾ, ਪਬਲਿਕਲੀ ਤੁਹਾਨੂੰ ਇੱਜ਼ਤ ਨਹੀਂ ਦਿੰਦਾ, ਉਹ ਚਾਹੇ ਤੁਹਾਨੂੰ ਹੀਰੇ ਜਵਾਹਰਾਤ ਦੇ ਬੈਗ ਭਰ ਕੇ ਦੇ ਦੇ, ਉਹ ਤੁਹਾਡਾ ਖੈਰਖਵਾਹ ਨਹੀਂ ਹੋ ਸਕਦਾ। ਇਸ ਵਾਸਤੇ ਆਪਣੀ ਸੈਲਫ ਰਿਸਪੈਕਟ 'ਤੇ ਕਦੀ ਕੰਪਰੋਮਾਈਜ਼ ਨਾ ਕਰੋ ਔਰ ਗੈਰਤਮੰਦ ਹੋਣ ਦਾ ਸਬੂਤ ਦਿਓ। ਅਗਰ ਤੁਹਾਨੂੰ ਮੇਰੀ ਕਿਸੇ ਗੱਲ ਦੇ ਵਿੱਚ ਇਖਤਲਾਫ ਹੋਵੇ, ਕਮੈਂਟਸ ਬਾਕਸ ਦੇ ਵਿੱਚ ਮੈਂਸ਼ਨ ਕਰੋ ਤਾਂ ਕਿ ਉਹਦਾ ਜਵਾਬ ਦਿੱਤਾ ਜਾਏ। ਤਬ ਤੱਕ ਦਿਓ ਇਜਾਜ਼ਤ। ਅੱਲਾ ਹਾਫਿਜ਼।